ਹੈਲੋ एवरीवन ਤਾਂ ਕਿਵੇਂ ਹੋ ਤੁਸੀਂ ਸਾਰੇ ਤੇ ਤੁਸੀਂ ਦੇਖ ਰਹੇ ਹੋ ਆਪਣਾ ਫੇਵਰਿਟ YouTube ਚੈਨਲ ਆਈਲੈਸਨ ਪੰਜਾਬੀ। ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਟਰਨ ਆ ਉਹ ਆਪਣੀ ਰਾਈਟਿੰਗ ਦੇ ਮੋਡਿਊਲ ਦੀ ਆ। ਰਾਈਟਿੰਗ ਦਾ ਜਿਹੜਾ ਇੱਕ ਟਾਈਪ ਹੁੰਦੀ ਆ ਲਾਈਨ ਗ੍ਰਾਫ। ਇਸ ਟਾਈਪ ਨੂੰ ਕਾਫੀ ਆਪਾਂ ਨੂੰ ਮਤਲਬ ਕਿ ਡਿਫੀਕਲਟ ਵੀ ਲੱਗਦੀ ਹੈ ਕਿਉਂਕਿ ਇਹਦੇ ਵਿੱਚ ਜਿਹੜੀਆਂ ਵੇਰੀਏਸ਼ਨਾਂ ਹੁੰਦੀਆਂ ਨੇ ਉਹ ਥੋੜ੍ਹੀਆਂ ਜਿਹੀਆਂ ਅਲੱਗ ਹੁੰਦੀਆਂ ਨੇ। ਆਪਾਂ ਨੂੰ ਜਿਹੜਾ ਫਲੋ ਆ ਉਹ ਦਿਖਾਉਣਾ ਪੈਂਦਾ ਹੁੰਦਾ। ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਜਿਹੜਾ ਕਿ ਆਪਣਾ ਖੁਦ ਦਾ ਲਿਖਿਆ ਹੋਇਆ ਸੈਂਪਲ ਆਂਸਰ ਸ਼ੇਅਰ ਕਰੂੰਗਾ, ਯਾਨੀ ਕਿ ਸਿੰਪਲ ਲੈਂਗੁਏਜ ਦੇ ਵਿੱਚ ਹੈ ਨਾ। ਉਸ ਤੋਂ ਪਹਿਲਾਂ ਇੱਕ ਵਾਰ ਬੈਂਡ ਸਕੋਰ ਦੇਖਣਾ ਜ਼ਰੂਰੀ ਹੋ ਜਾਂਦਾ ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜੋ ਕੁਝ ਸਿੱਖ ਰਹੇ ਹੋ ਅਤੇ ਜਿਸ ਤੋਂ ਸਿੱਖ ਰਹੇ ਹੋ ਉਹਦੇ ਕੋਲ ਕੀ ਉਨੀ ਕੁ ਨੌਲੇਜ ਹੈਗੀ ਆ ਕਿ ਉਹ ਕੈਪੇਬਲ ਹੈਗਾ ਕਿ ਉਹਦੇ ਕੋਲ ਬੈਂਡ ਸਕੋਰ ਹੈਗੇ ਨੇ। ਤਾਂ ਤੁਸੀਂ ਦੇਖ ਸਕਦੇ ਹੋ 21 ਅਕਤੂਬਰ ਦਾ ਮੇਰਾ ਐਗਜ਼ਾਮ ਸੀ, ਖੁਦ ਦਾ TRF ਆ ਅਤੇ ਬੈਂਡ ਸਕੋਰ ਤੁਸੀਂ ਦੇਖ ਸਕਦੇ ਹੋ ਅਤੇ ਬਾਕੀ ਚੀਜ਼ਾਂ ਮੈਨੂੰ ਬੋਲਣ ਦੀ ਜ਼ਰੂਰਤ ਨਹੀਂ ਹੈ। ਅਤੇ ਹੁਣ ਆਪਾਂ ਸ਼ੁਰੂ ਕਰਾਂਗੇ ਅੱਜ ਦੀ ਇਸ ਵੀਡੀਓ ਨੂੰ। ਉਸ ਤੋਂ ਪਹਿਲਾਂ ਮੈਂ ਇੱਕ ਚੀਜ਼ ਹੋਰ ਕਹਿਣੀ ਚਾਹੁੰਦਾ ਵੀ ਜੇ ਤੁਸੀਂ ਸਾਡੇ ਚੈਨਲ ਦੇ ਉੱਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਉਸ ਤੋਂ ਬਾਅਦ ਜੀ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਇੰਝ ਲੱਗਿਆ ਵੀ ਸਾਡੀ ਜਿਹੜੀ ਨੌਲੇਜ ਆ ਉਹ ਤੁਹਾਡਾ ਜਿਹੜਾ ਕਿ ਬੈਨੀਫਿਟ ਕਰ ਸਕਦੀ ਆ, ਤੁਹਾਡੇ ਬੈਂਡ ਸਕੋਰ ਲਿਆ ਸਕਦੀ ਆ, ਤਾਂ ਤੁਸੀਂ ਸਾਨੂੰ ਔਨਲਾਈਨ ਕਲਾਸਿਸ ਦੇ ਲਈ ਵੀ ਕੰਟੈਕਟ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਜੰਬੋ ਕਿਊ ਕਾਰਡ PDF ਹੈ ਜੀ। ਅੱਜ ਦੇ ਟਾਈਮ ਦੇ ਵਿੱਚ 83 ਕਿਊ ਕਾਰਡ ਨੇ PDF ਦੇ ਵਿੱਚ ਜਿਹੜੇ ਕਿ ਪ੍ਰਪੇਅਰ ਕਰਨੇ ਮੇਰੇ ਵਰਗੇ ਦੇ ਲਈ ਬਹੁਤ ਹੀ ਔਖੇ ਹੁੰਦੇ ਨੇ ਹੈ ਨਾ। ਪਰ ਜਿਹੜੇ ਬੱਚਾ ਕਾਫੀ ਟਾਈਮ ਤੋਂ ਸ਼ੁਰੂ ਤੋਂ ਕਰ ਰਿਹਾ ਚਲੋ ਉਹ ਤਾਂ ਕਰ ਲੈਂਦਾ, ਪਰ ਜਿਨ੍ਹਾਂ ਨੇ ਹੁਣੀ ਕਰਨਾ ਸ਼ੁਰੂ ਕੀਤਾ ਆਈਲੈਸ ਅਤੇ ਉਹਨਾਂ ਨੇ ਐਗਜ਼ਾਮ ਵੀ ਭਰ ਦਿੱਤਾ ਅਤੇ ਹੁਣ ਕਾਫੀ ਡਰੇ ਹੋਏ ਨੇ ਵੀ ਕਿੱਦਾਂ ਕਿਊ ਕਾਰਡ ਪ੍ਰਪੇਅਰ ਹੋਣਗੇ। ਉਹਨਾਂ ਲਈ ਇਹ PDF ਤਿਆਰ ਕੀਤਾ ਗਿਆ। 8-9 ਕਹਾਣੀਆਂ ਦੇ ਨਾਲ 53 ਕਿਊ ਕਾਰਡ ਕਵਰ ਹੋਣਗੇ ਸਿੰਪਲ ਲੈਂਗੁਏਜ ਦੇ ਵਿੱਚ। ਉਹ ਜਿਹੜਾ PDF ਹੈਂਡ ਰਿਟਨ ਨੋਟ ਮੇਰੇ ਖੁਦ ਦੇ ਲਿਖੇ ਹੋਏ ਤੁਹਾਨੂੰ ਮਿਲ ਜਾਣਗੇ। ਉਹਦਾ ਪ੍ਰਾਈਸ ਤੁਸੀਂ ਸਾਨੂੰ WhatsApp ਦੇ ਉੱਤੇ ਕੰਟੈਕਟ ਕਰਕੇ ਪੁੱਛ ਸਕਦੇ ਹੋ। ਤਾਂ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਅਤੇ ਅੱਜ ਆਪਣੇ ਕੋਲ ਇਹ ਜਿਹੜਾ ਬਾਰਗ੍ਰਾਫ ਆ, ਬਾਰਗ੍ਰਾਫ ਦੀ ਸਭ ਤੋਂ ਪਹਿਲਾਂ ਜੇ ਇਨਫੋਰਮੇਸ਼ਨ ਆਪਾਂ ਪੜ੍ਹੀਏ, ਇਹ ਕਹਿੰਦੇ ਵੀ ਦੀ ਗ੍ਰਾਫ ਬਿਲੋ ਗਿਵਸ ਇਨਫੋਰਮੇਸ਼ਨ ਅਬਾਊਟ ਦਾ ਪ੍ਰਾਈਸ ਆਫ ਬਨਾਨਾਸ ਇਨ 4 ਕੰਟਰੀਜ਼ ਬਿਟਵੀਨ 1994 ਐਂਡ 2004। ਠੀਕ ਹੈ, ਕਹਿੰਦਾ ਵੀ ਇਹ ਜਿਹੜਾ ਗ੍ਰਾਫ ਆ ਆਪਣੇ ਕੋਲ ਇਹ ਜਿਹੜੇ ਕੇਲਿਆਂ ਦਾ ਪ੍ਰਾਈਸ, ਕੇਲਿਆਂ ਦਾ ਜਿਹੜਾ ਰੇਟ ਆ ਉਸ ਦੇ ਬਾਰੇ ਇਹ ਜਿਹੜਾ ਕਿ ਆਪਾਂ ਨੂੰ ਬਾਰਗ੍ਰਾਫ ਸ਼ੋ ਹੋ ਰਿਹਾ। ਅਤੇ ਇਹਨਾਂ ਨੇ ਜਿਹੜਾ ਟਾਈਮਿੰਗ ਆ ਡਿਊਰੇਸ਼ਨ ਆ ਉਹ ਕਿੰਨੀ ਹੈਗੀ 1994 ਤੋਂ ਲੈ ਕੇ 2004, ਯਾਨੀ ਕਿ ਇੱਕ ਡਿਕੇਡ ਦੀ ਗੱਲ ਕਰ ਰਹੇ ਆ। ਅਤੇ ਆਪਾਂ ਡਿਕੇਡ ਵੀ ਲਿਖ ਸਕਦੇ ਹਾਂ ਸਟਾਰਟਿੰਗ ਫਰੋਮ 1994। ਵੇਰੀਏਸ਼ਨ ਹੀ ਲੈ ਕੇ ਆਉਣੀ ਹੁੰਦੀ ਆ, ਸੈਂਟੈਂਸ ਨੂੰ ਚੇਂਜ ਹੀ ਕਰਨਾ ਹੁੰਦਾ। ਸਭ ਕੁਝ ਸਿਖਾਵਾਂਗੇ, ਬਣੇ ਰਹੋ ਵੀਡੀਓ ਦੇ ਲਾਸਟ ਤੱਕ। ਹੁਣ ਇੱਥੇ ਤੁਸੀਂ ਦੇਖ ਸਕਦੇ ਹੋ ਜਾਪਾਨ ਹੈਗਾ, ਫਰਾਂਸ ਆ, ਜਰਮਨੀ ਆ, USA ਹੈ ਨਾ। ਅਤੇ ਹੁਣ ਆਪਾਂ ਨੂੰ ਪਤਾ ਵੀ ਆਪਣੇ ਕੋਲ ਟਾਸਕ 1 ਦੇ ਵਿੱਚ ਆਪਾਂ ਨੂੰ ਵੇਰੀਏਸ਼ਨਾਂ ਚਾਹੀਦੀਆਂ ਹੁੰਦੀਆਂ ਨੇ ਹੈ ਨਾ। ਸੈਂਪਲ ਆਂਸਰ ਪਹਿਲਾਂ ਦੇਖ ਲਓ ਵੀ ਸੈਂਪਲ ਆਂਸਰ ਵਧੀਆ ਲੈਂਗੁਏਜ ਵਿੱਚ ਲਿਖਿਆ ਹੋਇਆ। ਬਾਅਦ 'ਚੋਂ ਆਪਾਂ ਨੂੰ ਇਕੱਲੀ ਲਾਈਨ ਪੜ੍ਹਾਵਾਂਗਾ ਵੀ ਕਿੱਦਾਂ ਲਿਖਣਾ ਹੈ ਨਾ। ਉਸ ਤੋਂ ਪਹਿਲਾਂ ਜੋ ਕੁਝ ਇੰਪੋਰਟੈਂਟ ਗੱਲਾਂ ਹੁੰਦੀਆਂ ਨੇ ਜੋ ਕਿ ਤੁਹਾਡੇ ਲਈ ਜ਼ਰੂਰੀ ਹੁੰਦੀਆਂ ਨੇ ਜਾਣਨੀਆਂ, ਜੋ ਕਿ ਕੁਝ ਟ੍ਰੇਨਰਾਂ ਨੂੰ ਪਤਾ ਹੁੰਦੀਆਂ। ਮਤਲਬ ਕਿ ਟ੍ਰੇਨਰ ਹਰ ਇੱਕ ਹੀ ਵਧੀਆ ਹੁੰਦਾ, ਹਰ ਇੱਕ ਦਾ ਆਪਦਾ ਸਟਾਈਲ ਹੁੰਦਾ। ਅਤੇ ਜਿਹੜੇ ਟ੍ਰੇਨਰਸ ਨੇ ਮੈਨੂੰ ਸਿਖਾਇਆ ਹੈ ਨਾ ਉਹਨਾਂ ਦਾ ਵੀ ਆਪਦਾ ਸਟਾਈਲ ਸੀ ਅਤੇ ਉਹਨਾਂ ਨੇ ਜੋ ਕੁਝ ਮੈਨੂੰ ਦੱਸਿਆ ਉਹ ਮੇਰਾ ਫਰਜ਼ ਬਣਦਾ ਵੀ ਹੁਣ ਮੈਂ ਤੁਹਾਨੂੰ ਅੱਗੇ ਵੀ ਦੱਸਾਂ ਹੈ ਨਾ। ਤਾਂ ਮੈਂ ਉਹ ਚੀਜ਼ਾਂ ਤੁਹਾਨੂੰ ਦੱਸੂੰਗਾ। ਜਦੋਂ ਤੁਸੀਂ ਟਾਸਕ 1 ਲਿਖਦੇ ਹੋ ਨਾ, ਟਾਸਕ 1 ਦੇ ਵਿੱਚ ਇੱਕ ਤਾਂ ਕੰਪੈਰੀਜ਼ਨ ਵਾਲੀ ਜਿਹੜੀ ਇੰਟਰੋਡਕਸ਼ਨ ਆ ਉਹ ਬਣਦੀ ਹੁੰਦੀ ਆ, ਬਹੁਤ ਸੌਖੀ ਹੁੰਦੀ ਆ। ਅਤੇ ਲਗਭਗ 4 ਟਾਈਪ ਹੁੰਦੀਆਂ ਨੇ, ਲਾਈਨ, ਬਾਰ, ਪਾਈ, ਟੇਬਲ। ਇਹਨਾਂ ਵਿੱਚ ਇਹ ਕੰਪੈਰੀਜ਼ਨ ਵਾਲੀ ਜਿਹੜੀ ਆਪਣੀ ਇੰਟਰੋ ਆ ਉਹ ਬਣ ਜਾਂਦੀ ਹੁੰਦੀ ਆ। ਆਹ ਟਾਸਕ ਦੇ ਵਿੱਚ ਵੀ ਮੈਂ ਉਹੀ ਲਿਖੀ ਹੋਈ ਆ, ਉਹ ਵੀ ਸਿੱਖ ਲਿਓ। ਉਸ ਤੋਂ ਬਾਅਦ ਹੁਣ ਆਪਾਂ ਜਿਵੇਂ ਕਿ ਮੈਂ ਪਹਿਲਾਂ ਗੱਲ ਕਰ ਰਹੇ ਹਾਂ ਵੀ ਆਪਾਂ ਨੂੰ ਟਾਸਕ 1 ਦੇ ਵਿੱਚ ਵੇਰੀਏਸ਼ਨਾਂ ਲੈ ਕੇ ਆਉਣੀਆਂ ਹੁੰਦੀਆਂ ਨੇ। ਲਾਈਨ ਨੂੰ ਡਿਫਰੈਂਟ ਤਰੀਕੇ ਦੇ ਨਾਲ ਆਪਾਂ ਨੂੰ ਸਟਾਰਟ ਕਰਨਾ ਹੁੰਦਾ। ਹੁਣ ਆਪਣੇ ਕੋਲ ਇੱਥੇ ਇੱਕ ਤਾਂ ਆਪਾਂ ਜਾਪਾਨ ਤੋਂ ਯਾਨੀ ਕਿ ਕੰਟਰੀ ਦੇ ਨੇਮ ਤੋਂ ਇੱਕ ਲਾਈਨ ਸਟਾਰਟ ਕਰ ਸਕਦੇ ਹਾਂ। ਉਸ ਤੋਂ ਬਾਅਦ ਜਿਹੜੀ ਕਿ ਇਹਨਾਂ ਦਾ ਰੇਟ ਆ ਉਸ ਤੋਂ ਵੀ ਇੱਕ ਲਾਈਨ ਸਟਾਰਟ ਹੋ ਸਕਦੀ ਹੈ, 1 ਲਾਈਨ, 2 ਲਾਈਨ, ਅਤੇ ਦੂਜੀ ਆਪਾਂ ਈਅਰ ਤੋਂ ਜਿਹੜੀ ਲਾਈਨ ਆ ਉਹ ਸਟਾਰਟ ਕਰ ਸਕਦੇ ਹਾਂ। ਇਹ 3 ਤਰੀਕੇ ਨਾਲ ਆਪਾਂ ਲਾਈਨ ਸਟਾਰਟ ਕਰ ਸਕਦੇ ਹਾਂ, ਯਾਨੀ ਕਿ ਆਪਣੇ ਵਿੱਚ ਵੇਰੀਏਸ਼ਨਾਂ ਐਡ ਹੋ ਗਈਆਂ ਹੈ ਨਾ। ਉਸ ਤੋਂ ਬਾਅਦ ਇੱਕ ਚੀਜ਼ ਆਪਣੇ ਕੋਲ ਹੋਰ ਆ ਗਈ ਜਿਹੜਾ ਕਿ ਆਪਣਾ ਮੇਨ ਸਬਜੈਕਟ ਆ, ਪ੍ਰਾਈਸ ਆਫ ਬਨਾਨਾਸ। ਇਹ ਆਪਣੀ ਚੌਥੀ ਚੀਜ਼ ਆ, ਯਾਨੀ ਕਿ ਇਹਨਾਂ 4 ਚੀਜ਼ਾਂ ਨੂੰ ਮਿਲਾ ਕੇ ਆਪਾਂ ਲਾਈਨ ਨੂੰ ਸਟਾਰਟ ਕਰ ਸਕਦੇ ਹਾਂ। ਅਤੇ ਕੁੱਲ ਮਿਲਾ ਕੇ ਮੈਂ ਤੁਹਾਨੂੰ ਦੱਸਦਾ ਹੁੰਦਾ ਵੀ BP1 BP2 ਦੇ ਵਿੱਚ 8 ਕੁ ਲਾਈਨਾਂ, 8 ਕੁ ਵੇਰੀਏਸ਼ਨ ਆਪਾਂ ਨੂੰ ਚਾਹੀਦੀਆਂ ਹੁੰਦੀਆਂ ਨੇ। ਅਤੇ ਆਪਣਾ ਜਿਹੜਾ ਲੈਂਥ ਆ ਗਈ ਉਹ ਵੀ ਪੂਰੀ ਹੋ ਜਾਂਦੀ ਹੈ ਅਤੇ ਆਪਣਾ ਜਿਹੜਾ ਕੰਟੈਂਟ ਆ ਉਹ ਵੀ ਆਲਮੋਸਟ ਕੰਪਲੀਟ ਹੋ ਜਾਂਦਾ। ਹੁਣ ਜਿਵੇਂ ਕਿ ਅੱਜ ਵਾਲਾ ਟਾਸਕ 1 ਤੁਸੀਂ ਦੇਖ ਰਹੇ ਹੋ ਉਹਦੇ ਵਿੱਚ ਜਿਹੜਾ ਕਿ ਡਾਟਾ ਉਹ ਬਹੁਤ ਆ, ਪਰ ਮੈਂ ਜਿਹੜਾ ਡਾਟਾ ਮਤਲਬ ਕਿ ਕਵਰ ਕੀਤਾ ਦਿਖਾਵਾਂਗਾ ਕਿੱਦਾਂ ਕੀਤਾ, ਤਾਂ ਜ਼ਿਆਦਾ ਭਕਾਈ ਨਹੀਂ ਮਾਰੂੰਗਾ, ਜਲਦੀ ਦੇ ਨਾਲ ਸੈਂਪਲ ਆਂਸਰ ਦੇ ਤੱਕ ਤੁਹਾਨੂੰ ਲੈ ਕੇ ਜਾਂਦਾ। ਜਿਵੇਂ ਕਿ ਮੈਂ ਤੁਹਾਨੂੰ ਗੱਲ ਕਰ ਰਿਹਾ ਸੀ ਨਾ ਕੰਪੈਰੀਜ਼ਨ ਵਾਲੀ ਸਟੇਟਮੈਂਟ ਦੀ ਕੰਪੈਰੀਜ਼ਨ ਬਿਟਵੀਨ ਦਾ ਪ੍ਰਾਈਸ ਆਫ ਬਨਾਨਾਸ ਇਨ 4 ਨੇਸ਼ਨ ਕਿਹੜੇ ਨੇ? ਜਾਪਾਨ ਆ ਜੀ, ਫਰਾਂਸ ਆ, ਜਰਮਨੀ ਆ ਐਂਡ USA ਆ। ਕਿ ਕਦੋਂ ਤੋਂ ਕਦੋਂ ਤੱਕ? ਫਰੋਮ 1994 to 2004 ਇਜ਼ ਇਲੂਸਟ੍ਰੇਟਡ ਬਾਏ ਲੀਨੀਅਰ ਗ੍ਰਾਫ। ਸਭ ਤੋਂ ਇੰਪੋਰਟੈਂਟ ਗੱਲ ਕੰਪੈਰੀਜ਼ਨ ਵਾਲੀ ਇੰਟਰੋਡਕਸ਼ਨ ਆ। ਅਤੇ ਆਪਾਂ ਇਹਨੂੰ ਪੈਸਿਵ ਵੋਇਸ ਦੇ ਵਿੱਚ ਜਿਹੜੀ ਕਿ ਇਸ ਇੰਟਰੋਡਕਸ਼ਨ ਨੂੰ ਲਿਖਿਆ, ਯਾਨੀ ਕਿ ਬਹੁਤ ਸੋਹਣੀ ਵੇਰੀਏਸ਼ਨ ਬਣ ਜਾਂਦੀ ਆ। ਐਗਜ਼ਾਮੀਨਰ ਦੇ ਉੱਤੇ ਵਧੀਆ ਪ੍ਰਭਾਵ ਪੈਂਦਾ ਵੀ ਹਾਂ ਬੱਚੇ ਨੂੰ ਜਿਹੜੀ ਕਿ ਵੋਇਸ ਦੀ ਨੌਲੇਜ ਵੀ ਹੈਗੀ ਆ। ਠੀਕ ਆ, ਅਤੇ ਉਸ ਤੋਂ ਬਾਅਦ ਜਿਵੇਂ ਕਿ ਉਹਨਾਂ ਨੇ ਕਿਹਾ ਸੀ ਉਹਨੂੰ ਟਾਈਮਿੰਗ ਦਿੱਤੀ ਸੀ, ਉਹਨਾਂ ਨੇ ਬਿਟਵੀਨ ਲਾਤਾ ਹੈ ਨਾ। ਆਪਾਂ ਕੀ ਲਾਤਾ? ਫਰੋਮ ਟੂ ਹੈ ਨਾ, ਯਾਨੀ ਕਿ ਉੱਥੇ ਵੀ ਆਪਾਂ ਨੂੰ ਵੇਰੀਏਸ਼ਨ ਯਾਨੀ ਕਿ ਆਪਾਂ ਸੇਮ ਨਹੀਂ ਲਿਖ ਸਕਦੇ ਸੀ, ਬਿਟਵੀਨ ਹੀ ਲਿਖ ਸਕਦੇ ਸੀ। ਲਿਖ ਤਾਂ ਸਕਦੇ ਹਾਂ, ਫਿਰ ਉਹਦਾ ਮਤਲਬ ਕਿ ਐਗਜ਼ਾਮੀਨਰ ਕਹਿੰਦਾ ਵੀ
ਤੂੰ ਚੇਂਜ ਕਰਕੇ ਲਿਖ ਭਾਈ, ਹੈ ਨਾ। ਫਿਰ ਆਪਾਂ ਫਰੋਮ 1994 ਟੂ 2004 ਲਿਖਤਾ, ਜਾਂ ਫਿਰ ਆਪਾਂ ਲਿਖ ਸਕਦੇ ਸੀ ਇਨ ਅ ਗਿਵਨ ਪੀਰੀਅਡ ਸਟਾਰਟਡ ਫਰੋਮ ਇਨ ਅ ਗਿਵਨ ਪੀਰੀਅਡ ਆਫ ਡਿਕੇਡ ਸਟਾਰਟਡ ਫਰੋਮ 1994, ਯਾਨੀ ਕਿ ਆਪਾਂ ਦੱਸਤਾ ਵੀ ਇੱਕ 10 ਸਾਲ ਦਾ ਸਮਾਂ, ਅਤੇ ਉਹ 10 ਸਾਲ ਦਾ ਸਮਾਂ ਕਦੋਂ ਤੋਂ ਸਟਾਰਟ ਹੋ ਰਿਹਾ, 1994 ਤੋਂ। ਇੱਦਾਂ ਵੀ ਆਪਾਂ ਲਿਖ ਸਕਦੇ ਹਾਂ। ਅਤੇ ਇਹ ਆਪਣੀ ਹੋ ਗਈ ਇੰਟਰੋਡਕਸ਼ਨ ਕੰਪਲੀਟ। ਹੁਣ ਆਪਾਂ ਓਵਰਆਲ ਦੇਖਣਾ ਹੈ ਨਾ ਵੀ ਓਵਰਆਲ ਆਪਣਾ ਕੀ ਆ ਸਕਦਾ। ਸਭ ਤੋਂ ਪਹਿਲਾਂ ਜੇ ਆਪਾਂ ਨਿਗਾਹ ਮਾਰੀਏ ਵੀ ਇਹਦੇ ਵਿੱਚ ਓਵਰਆਲ ਆ ਕੀ ਸਕਦਾ, ਹੈ ਨਾ। ਓਵਰਆਲ ਕਿਉਂਕਿ ਸੈਂਪਲ ਆਂਸਰ ਮੈਂ ਵੀ ਹੁਣ ਪੜ੍ਹਿਆ ਨਹੀਂ, ਸਭ ਤੋਂ ਪਹਿਲਾਂ ਆਪਾਂ ਸੈਂਪਲ ਆਂਸਰ ਪੜ੍ਹ ਲੈਂਦੇ ਹਾਂ ਵੀ ਆਪਾਂ ਲਿਖਿਆ ਕੀ ਆ, ਹੈ ਨਾ। ਸੈਂਪਲ ਆਂਸਰ ਦੇ ਵਿੱਚ ਲਿਖਿਆ ਹੋਇਆ, ਕਹਿੰਦਾ ਓਵਰਆਲ ਇਟ ਇਜ਼ ਵਰਥ ਨੋਟਿਸਿੰਗ ਦੈਟ, ਇਹ ਲਾਈਨਾਂ ਵੀ ਵਧੀਆ ਲੱਗਦੀਆਂ ਨੇ ਲਿਖਣੀਆਂ, ਹੈ ਨਾ। ਇਟ ਇਜ਼ ਵਰਥ ਨੋਟਿਸਿੰਗ ਦੈਟ ਦੀ ਪ੍ਰਾਈਸ ਆਫ ਬਨਾਨਾਜ਼ ਵਾਜ ਫਲਕਚੁਏਟਡ ਇਨ ਗਿਵਨ ਕੰਟਰੀਜ਼। ਵਾਜ ਯਾਰ ਆ ਸਕਦਾ ਸੀ ਕਿਉਂਕਿ ਮੈਂ ਵਾਚ ਦੇ ਵਿੱਚ ਲਿਖਿਆ ਹੋਇਆ ਸੀ, ਟ੍ਰੇਨਰ ਨੇ ਕੱਟਿਆ ਹੋਇਆ, ਪਰ ਫਿਰ ਵੀ ਕੋਈ ਚੱਕਰ ਨਹੀਂ। ਓਵਰਆਲ ਇਟ ਇਜ਼ ਵਰਥ ਨੋਟਿਸਿੰਗ ਦੈਟ ਦੀ ਪ੍ਰਾਈਸ ਆਫ ਬਨਾਨਾਜ਼ ਵਾਜ ਫਲਕਚੁਏਟਡ ਇਨ ਅ ਗਿਵਨ ਕੰਟਰੀਜ਼ ਓਵਰ ਅ ਪੀਰੀਅਡ ਆਫ ਡਿਕੇਡ ਵਾਈਲ ਇਟ ਸਲਾਈਟਲੀ ਇਨਕਰੀਜ਼ਡ ਇਨ ਜਾਪਾਨ। ਮੈਂ ਇਹਨਾਂ ਨੂੰ ਇੰਨਾ ਕਹਿੰਦਾ ਵੀ ਜਿਹੜਾ ਗਿਵਨ ਪੀਰੀਅਡ ਆਫ ਟਾਈਮ ਆ ਡਿਕੇਡ ਦਾ 10 ਸਾਲਾਂ ਦਾ ਸਮਾਂ, ਉਹਦੇ ਵਿੱਚ ਜਿਹੜਾ ਕਿ ਪ੍ਰਾਈਸ ਆ ਸਾਰੇ ਹੀ ਜਿਹੜੇ ਬਨਾਨਾਸ ਦਾ ਸਾਰੇ ਕੰਟਰੀ ਦੇ ਵਿੱਚ ਜਿਹੜਾ ਕਿ ਫਲਕਚੁਏਟਡ ਕਰ ਰਿਹਾ, ਹੈ ਨਾ। ਉੱਪਰ ਨੀਚੇ ਹੋ ਰਿਹਾ, ਯਾਨੀ ਕਿ ਕੋਈ ਬਹੁਤ ਜ਼ਿਆਦਾ ਇਨਕਰੀਜ਼ ਨਹੀਂ ਹੋ ਰਿਹਾ, ਕੋਈ ਬਹੁਤ ਜ਼ਿਆਦਾ ਡਿਕਰੀਜ਼ ਨਹੀਂ ਹੋ ਰਿਹਾ। ਪਰ ਮੈਂ ਉਹਨਾਂ ਨੂੰ ਕਿਹਾ ਵੀ ਕਿਹੜਾ ਵਾਈਲ, ਮੈਂ ਕਿਹਾ ਜਦ ਕਿ ਇਟ ਸਲਾਈਟਲੀ ਇਨਕਰੀਜ਼, ਜਿਹੜਾ ਕਿ ਥੋੜ੍ਹਾ ਜਿਹਾ ਇਨਕਰੀਜ਼ ਹੋਇਆ ਜਾਪਾਨ ਦੇ ਵਿੱਚ। ਆਪਾਂ ਦੇਖ ਲੈਂਦੇ ਹਾਂ ਕਿ ਆਪਾਂ ਸਹੀ ਲਿਖਿਆ। ਹੁਣ ਜਿਹੜੀ ਕਿ ਜਾਪਾਨ ਦੀ ਲਾਈਨ ਆ, ਜਾਪਾਨ ਦਾ ਪ੍ਰਾਈਸ ਆਲਮੋਸਟ $2 ਤੋਂ ਸ਼ੁਰੂ ਹੋਇਆ ਸੀ ਅਤੇ ਲਾਸਟ 'ਤੇ ਕਿੰਨਾ 250 ਨੂੰ ਕ੍ਰੋਸ ਕਰ ਗਿਆ। ਅਤੇ ਬਾਕੀ ਜੇ ਆਪਾਂ ਬਾਕੀ ਕੰਟਰੀ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਵੀ ਹਰ ਇੱਕ ਦਾ ਜਿਹੜਾ ਪ੍ਰਾਈਸ ਆ ਉਹ ਫਲਕਚੁਏਟ ਹੀ ਕਰ ਰਿਹਾ, ਹੈ ਨਾ। ਇਹਨਾਂ ਦਾ ਉੱਪਰ ਨੀਚੇ ਕੋਈ ਸਟਾਰਟਿੰਗ ਅਤੇ ਲਾਸਟ ਵਾਲੇ ਵਿੱਚ ਕੋਈ ਬਹੁਤਾ ਵੱਡਾ ਡਿਫਰੈਂਸ ਨਹੀਂ ਹੈਗਾ। ਜਿਵੇਂ ਕਿ ਮੈਂ ਤੁਹਾਨੂੰ ਦਿਖਾ ਵੀ ਦਿੰਦਾ, ਜਿਵੇਂ ਕਿ ਸੈਕਿੰਡ ਆਪਣੀ ਫਰਾਂਸ ਆ, ਫਰਾਂਸ ਦਾ ਸਭ ਤੋਂ ਪਹਿਲਾਂ ਪ੍ਰਾਈਸ ਕੀ $1.75 ਹੋਊਗਾ, ਹੈ ਨਾ, $1.75, ਅਤੇ ਲਾਸਟ ਦੇ ਵਿੱਚ ਵੀ ਆਲਮੋਸਟ 1.75 1.60 ਦੇ ਆਸ-ਪਾਸ ਸੀ, ਠੀਕ ਆ, ਯਾਨੀ ਕਿ ਫਲਕਚੁਏਸ਼ਨ ਹੀ ਹੋਈ ਆ। ਉਸ ਤੋਂ ਬਾਅਦ ਦੂਸਰੀ ਆਪਣੀ ਕੰਟਰੀ ਤੀਸਰੀ ਹੈਗੀ ਆ ਜਰਮਨੀ ਦਾ ਵੀ 150 ਤੋਂ ਥੋੜ੍ਹਾ ਜਿਹਾ ਘੱਟ ਸੀ, ਅਤੇ ਲਾਸਟ ਦੇ ਵਿੱਚ ਜਾ ਕੇ ਇਹਨਾਂ ਦਾ ਹੋ ਗਿਆ ਆਪਣਾ 120 ਦੇ ਆਸ-ਪਾਸ, ਠੀਕ ਆ। ਅਤੇ ਲਾਸਟ ਵਾਲੀ ਜਿਹੜੀ ਕੰਟਰੀ ਆ ਉਹ USA ਦਾ ਸਟਾਰਟਿੰਗ ਦੇ ਵਿੱਚ ਹੋਊਗਾ $0.80, ਹੈ ਨਾ, ਅਤੇ ਲਾਸਟ ਵਿੱਚ ਜਾ ਕੇ ਕਿੰਨਾ ਹੋਇਆ ਆਲਮੋਸਟ 1.10, ਯਾਨੀ ਕਿ ਬਹੁਤ ਹੀ ਥੋੜ੍ਹਾ ਮੋਟਾ ਡਿਫਰੈਂਸ ਆਪਾਂ ਨੂੰ ਦੇਖਣ ਨੂੰ ਮਿਲਿਆ, ਫਲਕਚੁਏਸ਼ਨ ਦੇਖਣ ਨੂੰ ਮਿਲੀ ਆ, ਹੈ ਨਾ। ਇਸ ਕਰਕੇ ਮੈਂ ਲਿਖਤਾ ਵੀ ਇਕੱਲੇ ਜਿਹੜੇ ਕਿ ਉੱਪਰਲੇ ਆਪਣਾ ਜਿਹੜਾ ਜਰਮਨੀ ਆ ਉਹਦਾ ਵਧਿਆ, ਬਾਕੀਆਂ ਦਾ ਫਲਕਚੁਏਟ ਕਰ ਰਿਹਾ ਓਵਰ ਅ ਗਿਵਨ ਪੀਰੀਅਡ ਆਫ ਡਿਕੇਡ। ਯਾਨੀ ਕਿ ਕਿੰਨੇ ਸੌਖੇ ਤਰੀਕੇ ਦੇ ਨਾਲ ਆਪਾਂ ਓਵਰਆਲ ਵੀ ਲਿਖਤਾ, ਆਪਣੀ ਜਿਹੜੀ ਇੰਟਰੋ ਵੀ ਆਪਾਂ ਲਿਖ ਚੁੱਕੇ ਹਾਂ, ਅਤੇ ਆਪਣੀ ਕੋਈ ਵੀ ਆਪਾਂ ਨੂੰ ਇੱਦਾਂ ਨਹੀਂ ਹੈਗਾ ਵੀ ਆਪਾਂ ਬਹੁਤ ਹੀ ਸਿੰਪਲ ਲਿਖਿਆ, ਬਹੁਤ ਇਹ ਇਨਫ ਹੈਗਾ। ਜੇ ਤੁਸੀਂ 2 ਬੈਂਡ ਲੈਣੇ ਆ, 2.5 ਬੈਂਡ ਲੈਣੇ ਆ, ਤਾਂ ਇਹਦੇ ਲਈ ਇਹ ਇਨਫ ਆ, ਹੈ ਨਾ। ਅਤੇ ਸਿੰਪਲ ਵੇਰੀਏਸ਼ਨਾਂ ਦੇ ਉੱਤੇ ਫੋਕਸ ਰੱਖੋ, ਬਾਹਲਾ ਕੁਝ ਐਡ ਕਰਨ ਦੀ ਜ਼ਰੂਰਤ ਨਹੀਂ, ਆਪਾਂ ਸਭ ਕੁਝ ਤੁਹਾਨੂੰ ਸਿਖਾਵਾਂਗੇ, ਹੈ ਨਾ। ਮੇਰੇ ਕੋਲ ਇੱਕ ਕਾਪੀ ਹੈਗੀ ਹੈ ਜਿਸ ਦੇ ਵਿੱਚ ਮੈਂ ਲਾਈਨ ਦੀਆਂ ਵੇਰੀਏਸ਼ਨਾਂ ਅਲੱਗ ਲਿਖੀਆਂ ਹੋਈਆਂ ਨੇ, ਨਾ, ਬਾਰ, ਪਾਈ, ਟੇਬਲ, ਜੋ ਵੀ ਆਪਣੇ ਕੋਲ ਹੈਗਾ ਉਹ ਆਪਾਂ ਤੁਹਾਨੂੰ ਪ੍ਰੋਵਾਈਡ ਕਰਾਉਣ ਦੀ ਪੂਰੀ ਤੋਂ ਪੂਰੀ ਕੋਸ਼ਿਸ਼ ਕਰਾਂਗੇ। ਪਰ ਜਿਹੜੀ ਕਿ ਡਿਮਾਂਡ ਇੱਕੋ ਚੀਜ਼ ਦੀ ਹੁੰਦੀ ਆ ਵੀ ਜਿੰਨਾ ਤੁਹਾਡੇ ਲਈ ਕਰਦੇ ਆ ਨਾ, ਉਹਨਾਂ ਤੁਸੀਂ ਸਾਨੂੰ ਬਹੁਤ ਪਿਆਰ ਦੇ ਰਹੇ ਹੋ, ਅਤੇ ਉਮੀਦ ਕਰਦੇ ਹਾਂ ਵੀ ਅੱਗੇ ਵੀ ਇੱਦਾਂ ਹੀ ਦਿੰਦੇ ਰਹੋਗੇ, ਹੈ ਨਾ। ਅਤੇ ਆਪਣੇ ਦੋਸਤਾਂ ਮਿੱਤਰਾਂ ਦੇ ਤੱਕ, ਫਰੈਂਡ ਸਰਕਲ ਵਿੱਚ ਵੀ ਚੈਨਲ ਨੂੰ ਜ਼ਰੂਰ ਪਹੁੰਚਾਇਓ। ਤਾਂ ਫਿਰ ਆਪਾਂ BP1 ਨੂੰ ਸ਼ੁਰੂ ਕਰ ਦਿੰਦੇ ਹਾਂ। BP1 ਦੇ ਵਿੱਚ ਕਹਿੰਦਾ ਰਿਗਾਰਡਿੰਗ ਜਾਪਾਨ, ਯਾਨੀ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਨਾ ਵੀ ਆਪਾਂ ਇੱਕ ਲਾਈਨ ਜਾਪਾਨ ਤੋਂ ਸ਼ੁਰੂ ਕਰਾਂਗੇ, ਇੱਕ ਈਅਰ ਤੋਂ ਸ਼ੁਰੂ ਕਰਾਂਗੇ, ਇੱਕ ਜਿਹੜਾ ਕਿ ਵੈਲਿਊ ਆ, ਮੁੱਲ ਹੈਗਾ, ਉਹ ਤੋਂ ਸ਼ੁਰੂ ਕਰਾਂਗੇ, ਇੱਕ ਆਪਾਂ ਸ਼ੁਰੂ ਕਰ ਲਾਂਗੇ ਉਹ ਤੋਂ, ਹੈ ਨਾ, ਜਿਹੜਾ ਆਪਣਾ ਸਬਜੈਕਟ ਆ। ਹੁਣ ਆਪਾਂ ਇੱਥੇ ਗੱਲ ਕਰ ਰਹੇ ਹਾਂ ਰਿਗਾਰਡਿੰਗ ਜਾਪਾਨ। ਦਾ ਪ੍ਰਾਈਸ ਆਫ 1 ਕਿਲੋਗ੍ਰਾਮ ਬਨਾਨਾ ਵਾਜ਼ ਅਬਾਊਟ $2। ਕਹਿੰਦਾ ਵੀ 1 ਕਿਲੋਗ੍ਰਾਮ ਬਨਾਨਾ ਦਾ ਪ੍ਰਾਈਸ $2 ਆ, ਕਹਿੰਦੇ ਕਦੋਂ 1994 ਦੇ ਵਿੱਚ ਪੀਕਡ ਐਟ ਆਲਮੋਸਟ $3 ਇਨ ਨੈਕਸਟ ਈਅਰ। ਅਤੇ ਜਿਹੜਾ ਕਿ ਨੈਕਸਟ ਈਅਰ ਦੇ ਵਿੱਚ $3, ਯਾਨੀ ਕਿ ਪੀਕ ਦਾ ਮਤਲਬ ਕੀ ਆ ਵੀ ਸਭ ਤੋਂ ਉੱਚ ਸਿਖਰ ਦੇ ਉੱਤੇ ਸੀ ਉਹ $3 ਦੇ ਉੱਤੇ ਨੈਕਸਟ ਈਅਰ ਦੇ ਵਿੱਚ, ਯਾਨੀ ਕਿ ਮੈਂ 1995 ਨਹੀਂ ਲਿਖਿਆ, ਨੈਕਸਟ ਈਅਰ ਲਿਖਤਾ। ਇਹ ਵੀ ਵੇਰੀਏਸ਼ਨ ਹੋ ਗਈ ਆਪਣੀ, ਬਣ ਗਈ, ਚਲੋ ਸੋਹਣੀ ਜੀ। ਅੱਗੇ ਕਹਿੰਦਾ ਬਿਫੋਰ ਡਿਕਲਾਈਨਿੰਗ ਟੂ $2 ਇਨ 1996। ਕਹਿੰਦਾ ਵੀ ਇਹ ਜਿਹੜਾ ਪ੍ਰਾਈਸ ਸੀ ਉਹ ਪੀਕ ਡੈਟ ਹੋਇਆ ਕਿਹਦੇ ਉੱਤੇ, $3 ਦੇ ਉੱਤੇ। $2 1996 ਦੇ ਵਿੱਚ $2 ਤੋਂ ਡਿਕਰੀਜ਼ ਕਰਨ ਤੋਂ ਪਹਿਲਾਂ 1995 ਦੇ ਵਿੱਚ ਇਹ $3 ਦੇ ਉੱਤੇ ਪੀਕ ਹੋ ਗਿਆ। ਮੈਂ ਤੁਹਾਨੂੰ ਜਾ ਕੇ ਦਿਖਾਉਣਾ ਵੀ ਮੈਂ ਲਿਖਿਆ ਕਿੱਦਾਂ, ਹੈ ਨਾ, ਵੀ ਜਿਹੜੀ ਚੀਜ਼ ਆਪਾਂ ਲਿਖੀ ਆ 1994 ਦੇ ਵਿੱਚ ਆਲਮੋਸਟ $2 ਹੈਗਾ ਸੀ, ਅਤੇ ਮੈਂ ਉੱਥੇ ਆਲਮੋਸਟ ਲਿਖਿਆ ਹੋਇਆ। ਅਤੇ ਉਸ ਤੋਂ ਬਾਅਦ ਨੈਕਸਟ ਈਅਰ ਦੇ ਵਿੱਚ 1995 ਵਿੱਚ ਪੀਕ ਹੋਇਆ। ਪੀਕ ਕਦੋਂ ਹੋਇਆ, $2 'ਤੇ ਡਿਕਲਾਈਨ ਕਰਨ ਤੋਂ ਪਹਿਲਾਂ, ਠੀਕ ਆ। ਇਸ ਲਾਈਨ ਨੂੰ ਆਪਾਂ ਲਿਖ ਸਕਦੇ। ਇਹ ਲਾਈਨ ਬਹੁਤ ਸੋਹਣੀ ਲੱਗਦੀ ਸੀ ਮੈਨੂੰ, ਹੈ ਨਾ। ਇਹ ਲਾਈਨ ਆਲਮੋਸਟ ਲਾਈਨ ਦੇ ਵਿੱਚ ਕੰਮ ਆ ਹੀ ਜਾਂਦੀ ਹੁੰਦੀ ਆ, ਵਾਰ ਦੇ ਵਿੱਚ ਵੀ ਚੱਲ ਜਾਂਦੀ ਹੁੰਦੀ ਆ, ਵਾਰ ਗ੍ਰਾਫ ਹੁੰਦਾ ਨਾ, ਤਾਂ ਇਹ ਲਾਈਨ ਜ਼ਰੂਰ ਲਿਖਿਆ ਕਰੋ ਵਿੱਚ ਪੀਕ ਡੈਟ। ਜੇ ਪੀਕ ਨਹੀਂ ਹੋ ਰਿਹਾ, ਜ਼ਰੂਰੀ ਨਹੀਂ ਵੀ ਇੱਥੇ ਪੀਕ ਹੀ ਹੁੰਦਾ, ਕੀ ਪਤਾ ਥੱਲੇ ਰਹਿ ਜਾਂਦਾ, ਆਪਾਂ ਲਿਖ ਸਕਦੇ ਸੀ ਵਿੱਚ ਰੀਚ ਡੈਟ, ਹੈ ਨਾ, ਵੀ ਜਿਹੜਾ ਕਿ ਉੱਥੇ ਰੀਚਡ ਹੋ ਗਿਆ, ਹੈ ਨਾ, ਠੀਕ ਆ। ਇਹ ਵੇਰੀਏਸ਼ਨ ਬਹੁਤ ਸੋਹਣੀ ਹੁੰਦੀ ਆ, ਇਹ ਤੁਹਾਡੀ ਹਰ ਇੱਕ ਟਾਈਪ ਦੇ ਵਿੱਚ ਜਿਹੜੇ ਕਿ ਆਪਣੀ ਹੁੰਦੇ ਲਾਈਨ, ਪਾਈ, ਬਾਰ, ਟੇਬਲ, ਉਹਦੇ ਵਿੱਚ ਲੱਗ ਜੂਗੀ। ਅਤੇ ਆਪਾਂ ਇੰਨਾ ਡਾਟਾ ਕਵਰ ਕਰਤਾ। ਹੁਣ ਆਪਾਂ ਅੱਗੇ ਦੇਖਦੇ ਹਾਂ ਵੀ ਅੱਗੇ ਆਪਣੀ ਲਾਈਨ ਕਿਹੜੀ ਆ। accept an increase between 1997 to 1999 the price of banana was touched the lowest number that was approximate 1.6 in 2001। ਮੈਂ ਉਹਨਾਂ ਨੂੰ ਕਿਹਾ ਵੀ ਕਹਿੰਦਾ ਵੀ ਜਿਹੜਾ ਕਿ
ਬਨਾਨਾ ਦਾ ਪ੍ਰਾਈਸ ਆ ਉਹ 1997 ਤੋਂ ਲੈ ਕੇ 1999 ਦੇ ਤੱਕ ਇਨਕਰੀਜ਼ ਹੋਇਆ ਨਾ, ਐਕਸੈਪਟ ਕਹਿੰਦਾ ਇਹਨੂੰ ਛੱਡ ਕੇ। ਹੁਣ ਆਪਾਂ ਦੇਖਦੇ ਹਾਂ ਵੀ 1996 ਤੋਂ ਲੈ ਕੇ 1997 ਤੱਕ ਇਹ ਇਨਕਰੀਜ਼ ਹੋਇਆ ਸੀ, 99 ਤੱਕ। 1996 ਤੋਂ ਲੈ ਕੇ 1999 ਵਿੱਚ ਇਹ ਇਨਕਰੀਜ਼ ਆਪਾਂ ਨੂੰ ਇਹਦੇ ਵਿੱਚ ਦੇਖਣ ਨੂੰ ਮਿਲਿਆ ਹੈ ਨਾ, ਜਾਣੀ ਕਿ ਇੱਥੋਂ ਪਹਿਲਾਂ ਗਿਰਿਆ ਫਿਰ ਵੱਧ ਗਿਆ ਹੈ ਨਾ, ਇਨਕਰੀਜ਼ ਹੋਇਆ। ਅਤੇ ਉਸ ਤੋਂ ਬਾਅਦ ਅੱਗੇ ਕੀ ਹੋਇਆ, was the price of banana was touched the lowest number that was approximate 1.6 in 2001। ਇੱਥੇ ਨੰਬਰ ਦੀ ਜਗ੍ਹਾ 'ਤੇ ਮੈਂ ਵੈਲਿਊ ਵੀ ਲਿਖ ਸਕਦਾ ਸੀ ਨਾ, ਉਹਦਾ ਰੇਟ ਵੀ ਲਿਖ ਸਕਦਾ ਸੀ ਹੈ ਨਾ। 1.6 ਦੇਖ ਲਿਆ ਕਦੋਂ ਟੱਚ ਕੀਤਾ ਇਹਨੇ ਸਭ ਤੋਂ ਲੋਐਸਟ, ਜਾਣੀ ਕਿ ਮੈਂ ਆਹ ਦੱਸਦਾ ਉਹਨਾਂ ਨੂੰ ਵੀ 1.6 ਨੂੰ ਇਹਨੇ ਟੱਚ ਕਰ ਲਿਆ। ਹਾਂ 1.160 ਇਹਦਾ ਪ੍ਰਾਈਸ ਸੀ, ਅਤੇ ਇਹ ਜਿਹੜਾ 2001 ਦੇ ਵਿੱਚ ਸੀ। ਇੰਨਾ ਕੁ ਡਾਟਾ ਆਪਾਂ ਇੱਥੇ ਤੱਕ ਕਵਰ ਕਰ ਲਿਆ, ਠੀਕ ਆ। ਇਹਦੇ ਵਿੱਚ ਕੋਈ ਵੇਰੀਏਸ਼ਨ ਨਹੀਂ ਹੈਗੀ। ਇਹ ਕਈ ਵਾਰ ਆਪਾਂ ਹੈ ਨਾ ਆਪਦੇ ਕਈ ਵਾਰ ਸੋਚ ਕੇ ਵੀ ਆਪਾਂ ਨੂੰ ਲਿਖਣਾ ਪੈਂਦਾ ਹੁੰਦਾ ਨਾ, ਇੱਥੇ ਕਿ ਕਿਹੜੀ ਹੁਣ ਵੇਰੀਏਸ਼ਨ ਮੈਂ ਕੋਈ ਨਹੀਂ ਲਾਈ। ਵੇਰੀਏਸ਼ਨ ਆ ਹੋ ਸਕਦਾ ਵੀ ਅੱਗੇ ਵਾਸਤੇ ਮੈਂ ਸਾਂਭ ਕੇ ਰੱਖੀਆਂ ਹੋਣ, ਉੱਥੇ ਲਾਵਾਂਗੇ ਜਾ ਕੇ। ਅੱਗੇ ਦੇਖਦੇ ਹਾਂ। ਇਨ ਲਾਸਟ 4 years ਪ੍ਰਾਈਸ ਆਫ ਬਨਾਨਾਸ ਫੋਲੋਡ ਅ ਇਨਕਰੀਜ਼ਿੰਗ ਟਰੈਂਡ ਐਂਡ ਪ੍ਰਾਈਸ ਵਾਜ਼ 250 in 2004। ਅਤੇ ਲਾਈਨ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਆਉਂਦੀਆਂ ਹੁੰਦੀਆਂ ਨੇ ਹੈ ਨਾ। ਲਾਈਨ ਦੇ ਵਿੱਚ ਆਪਾਂ ਜੇ ਫੋਲੋਡ ਬਾਏ ਰਿਸਪੈਕਟਿਵਲੀ ਉਹ ਚੀਜ਼ਾਂ ਲੱਗ ਜਾਂਦੀਆਂ ਹੁੰਦੀਆਂ ਨੇ, ਉਹ ਵੀ ਮੈਂ ਸਾਂਭ ਕੇ ਰੱਖੀਆਂ ਹੋਣਗੀਆਂ। ਹੋ ਸਕਦਾ ਵੀ ਅੱਗੇ ਜਾ ਕੇ ਲਾਈਆਂ ਹੋਣ, ਪਰ ਆਪਾਂ ਨੂੰ ਇਹ ਇਨਕਰੀਜ਼ਿੰਗ ਟਰੈਂਡ, ਡਾਊਨਵਰਡ ਟਰੈਂਡ, ਸਲਾਈਟਲੀ ਇਨਕਰੀਜ਼, ਸਮਾਲ ਡਿਫਰੈਂਸ, ਇਹੀ ਚੀਜ਼ਾਂ ਨਾਲ ਕੰਮ ਚਲਾਉਣਾ ਪੈਂਦਾ ਹੁੰਦਾ। ਫਲਕਚੂਏਟਡ ਬਿਟਵੀਨ, ਰੇਂਜ ਬਿਟਵੀਨ ਹੈ ਨਾ, ਇਹ ਵੇਰੀਏਸ਼ਨਾਂ ਹੁੰਦੀਆਂ ਨੇ। ਹੁਣ ਮੈਂ ਇਹਨਾਂ ਨੂੰ ਇੰਨਾ ਗੱਲ ਦੱਸਤੀ ਵੀ ਜਿਹੜੇ ਲਾਸਟ ਈਅਰ ਨੇ ਉਹਦੇ ਵਿੱਚ ਇਨਕਰੀਜ਼ਿੰਗ ਟਰੈਂਡ ਉਹਨੇ ਸ਼ੋਅ ਕੀਤਾ। ਤੁਸੀਂ ਦੇਖ ਵੀ ਸਕਦੇ ਹੋ ਲਾਸਟ 4 ਦੇ ਵਿੱਚ ਇਹਨਾਂ ਦਾ ਇਨਕਰੀਜ਼ਿੰਗ ਟਰੈਂਡ ਹੀ ਹੈਗਾ ਸੀ, ਅਤੇ ਇਹਨਾਂ ਦਾ ਲਾਸਟ ਦੇ ਵਿੱਚ ਜਿਹੜਾ ਪ੍ਰਾਈਸ 250 ਨੂੰ ਕ੍ਰੋਸ ਕਰ ਗਿਆ ਸੀ। ਅਤੇ ਆਪਣਾ ਇੱਕ ਡਾਟਾ ਕਵਰ ਹੋ ਗਿਆ, ਅਤੇ ਇੱਕ ਲਾਈਨ ਆਪਾਂ ਨੂੰ ਹੋਰ ਕਵਰ ਕਰਨੀ ਪਊਗੀ ਆਪਣੇ BP1 ਦੇ ਵਿੱਚ ਹੈ ਨਾ, ਕਿਉਂਕਿ 4 ਲਾਈਨਾਂ ਨੇ, ਇੱਕ BP ਵਿੱਚ 2 ਲਾਈਨਾਂ ਆਪਾਂ ਕਵਰ ਕਰਾਂਗੇ। ਹੁਣ ਮੋਰ ਓਵਰ ਦਾ ਕਨੈਕਟਰ ਲਾਇਆ, ਮੈਨੂੰ ਲੱਗਦਾ ਵੀ ਗੱਲ ਮੈਂ ਛੇਤੀ ਨਿਬੇੜਤੀ ਇਹਨਾਂ ਨੇ। ਮੋਰ ਓਵਰ ਪ੍ਰਾਈਸ ਆਫ ਬਨਾਨਾਸ ਇਨ USA ਵਾਜ਼ ਆਲਮੋਸਟ 0.9। ਮੈਂ ਕਿਹਾ ਵੀ ਜਿਹੜਾ ਬਨਾਨਾ ਦਾ ਪ੍ਰਾਈਸ ਆ USA ਦੇ ਵਿੱਚ 0.9 ਸੀ, ਵਿਚ ਇਨਕਰੀਜ਼ ਟੂ ਅਰਾਊਂਡ 130 ਇਨ 95 ਐਂਡ ਦੈਨ ਪ੍ਰਾਈਸ ਵਾਜ਼ ਆਲਮੋਸਟ ਆਈਡੈਂਟੀਕਲ ਫਾਰ ਨੈਕਸਟ 8 years। ਦੇਖੋ ਜੀ ਕਿੰਨੇ ਸੋਹਣੇ ਜਿਹੇ ਤਰੀਕੇ ਨਾਲ ਕਹਿ ਸਕਦਾ ਹੈ ਨਾ ਵੀ ਲਾਈਨ, ਇੱਕ ਹੀ ਲਾਈਨ ਦੇ ਵਿੱਚ ਆਪਾਂ ਜਿਹੜੀ ਕਿ ਸਾਰਾ ਹੀ ਡਾਟਾ ਇੱਕ ਕੰਟਰੀ ਦਾ ਕਵਰ ਕਰਤਾ। ਮੈਂ ਉਹਨਾਂ ਨੂੰ ਕਿਹਾ ਵੀ ਜਿਹੜਾ USA ਦੇ ਵਿੱਚ ਬਨਾਨਾ ਦਾ ਪ੍ਰਾਈਸ ਸੀ ਉਹ $0.9 ਸੀ ਸਟਾਰਟਿੰਗ ਈਅਰ ਦੇ ਵਿੱਚ ਹੈ ਨਾ। ਇੱਥੇ ਈਅਰ ਮੈਂਸ਼ਨ ਨਹੀਂ ਕੀਤਾ ਹੋਇਆ, ਪਰ ਕਰਨਾ ਚਾਹੀਦਾ ਸੀ। ਵਿਚ ਇਨਕਰੀਜ਼ ਟੂ ਅਰਾਊਂਡ 130 ਇਨ 95। ਜਾ ਕੇ ਆਪਾਂ ਪਹਿਲਾਂ ਦੇਖ ਲੈਂਦੇ ਹਾਂ ਵੀ ਐਵੇਂ ਹੋਇਆ ਵੀ ਆ ਕਿ ਆਪਾਂ ਉਹੀ ਲਿਖਤਾ। ਹੁਣ ਜਿਵੇਂ ਕਿ USA ਇਹਦਾ ਪ੍ਰਾਈਸ ਕਿੰਨਾ ਸੀ ਤੁਸੀਂ ਦੇਖ ਸਕਦੇ ਹੋ, 0.70 ਹੋਊਗਾ। ਉਸ ਤੋਂ ਬਾਅਦ ਇਨਕਰੀਜ਼ ਹੋਇਆ, ਅਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਿਹੜੇ ਅਗਲੇ 8 ਸਾਲ ਨੇ ਹੈ ਨਾ, ਅਗਲੇ 8 ਸਾਲਾਂ ਦੇ ਵਿੱਚ ਇਹ ਜਿਹੜਾ ਪ੍ਰਾਈਸ ਆ ਆਲਮੋਸਟ ਆਈਡੈਂਟੀਕਲ ਜਿਹਾ ਰਿਹਾ। ਆਈਡੈਂਟੀਕਲ ਕੀ ਹੁੰਦਾ, ਸੇਮ ਜਿਹਾ ਹੈ ਨਾ, ਵੀ ਸੇਮ ਹੀ ਰਿਹਾ। ਤਾਂ ਇਸ ਕਰਕੇ ਆਪਾਂ ਸਾਰੀ ਲਾਈਨ ਨੂੰ ਉਹਦੇ ਵਿੱਚ ਕਵਰ ਕਰਤਾ। ਹੁਣ ਮੈਂ ਇੱਥੇ ਤੁਹਾਨੂੰ ਇੱਕ ਸੋਹਣੀ ਜਿਹੀ ਗੱਲ ਹੋਰ ਦੱਸਦਾ ਵੀ ਜਿਵੇਂ ਕਿ ਹੁਣ ਆਪਾਂ ਜਾਪਾਨ ਦਾ ਡਾਟਾ ਮੈਂਸ਼ਨ ਕਰਤਾ ਸੀ। ਹੁਣ ਜੇ ਆਪਾਂ ਸੈਕਿੰਡ BP ਦੇ ਵਿੱਚ ਆਪਾਂ ਜਿਹੜਾ ਕਿ ਫਰਾਂਸ ਦਾ ਡਾਟਾ ਮੈਂਸ਼ਨ ਕਰਨ ਬਹਿ ਜਾਂਦੇ ਤਾਂ BP ਦੀ ਲੈਂਥ ਬਹੁਤ ਜ਼ਿਆਦਾ ਵੱਧ ਜਾਣੀ ਸੀ, ਕਿਉਂਕਿ ਫਰਾਂਸ ਦੇ ਵਿੱਚ ਕੁਝ ਜਿਹੜੀਆਂ ਫਲਕਚੁਏਸ਼ਨ ਨੇ ਹੋਈਆਂ ਨੇ। ਪਰ ਆਪਾਂ ਇੱਥੇ ਡਾਟਾ ਮੈਂਸ਼ਨ ਕਰਤਾ USA ਦਾ ਹੈ ਨਾ। USA ਦਾ ਡਾਟਾ ਬਹੁਤ ਹੀ ਘੱਟ ਸੀ, ਆਪਾਂ ਇੱਕ ਲਾਈਨ ਦੇ ਵਿੱਚ ਕੰਪਲੀਟ ਕਰ ਸਕਦੇ ਸੀ, ਅਤੇ ਆਪਣੇ ਜਿਹੜਾ ਜਿਹੜੀ ਲੈਂਥ ਆ ਉਹ ਵੀ ਆਪਣੀ ਮੈਨੇਜ ਹੋ ਜਾਊਗੀ ਹੈ ਨਾ। ਅਤੇ ਹੁਣ ਆਪਾਂ ਜਿਹੜਾ ਅਗਲਾ BP ਆ ਉਹਦੇ ਵਿੱਚ ਆਪਾਂ ਫਰਾਂਸ ਅਤੇ ਜਰਮਨੀ ਨੂੰ ਕਵਰ ਕਰ ਦਾਂਗੇ। ਤਾਂ ਸ਼ੁਰੂ ਕਰਦੇ ਹਾਂ, ਆਪਣਾ ਅਗਲਾ BP ਦੇਖ ਲੈਂਦੇ ਹਾਂ ਉਹ ਆਪਾਂ ਕਿੱਦਾਂ ਸ਼ੁਰੂ ਕੀਤਾ। ਫਰਦਰ ਮੋਰ ਦਾ ਕਨੈਕਟਰ ਲਾਇਆ, ਸਿੰਪਲ ਕਨੈਕਟਰ ਆ ਫਰੋਮ, ਇੱਥੇ ਤੁਸੀਂ ਦੇਖੋ ਆਪਾਂ ਈਅਰ ਤੋਂ ਸਟਾਰਟ ਕਰ ਲਿਆ। ਮੈਂ ਕਿਹਾ ਵੀ ਫਰੋਮ 1994 to 1997 ਦੀ ਪ੍ਰਾਈਸ ਆਫ ਬਨਾਨਾਸ ਵਾਜ਼ ਰਫਲੀ 1.7 ਇਨ France। however after that figure fluctuated and reached at $1.7 and $1 in 1999 and 2003 that was highest and lowest price respectively। ਇਹ ਮੈਨੂੰ ਲੱਗਦਾ ਇਸ ਲਾਈਨ ਨੂੰ ਵੀ ਮੈਂ ਇੰਨੀ ਦੇ ਵਿੱਚ ਹੀ ਕਵਰ ਕਰਤਾ। ਹੁਣ ਆਪਾਂ ਤੁਹਾਨੂੰ ਪੂਰਾ ਸਮਝਾਵਾਂਗੇ ਵੀ ਇਹ ਡਾਟਾ ਕਵਰ ਹੋਇਆ ਕਿੱਦਾਂ ਹੈ ਨਾ। ਮੈਂ ਪਹਿਲਾਂ ਕੀ ਕੀਤਾ, 1994 1997 ਯਾਨੀ ਕਿ 3 ਸਾਲਾਂ ਦਾ ਡਾਟਾ ਚੱਕਿਆ। ਮੈਂ ਕਿਹਾ ਵੀ ਜਿਹੜਾ ਬਨਾਨਾ ਦਾ ਪ੍ਰਾਈਸ ਸੀ ਉਹ ਹੈਗਾ ਸੀ ਰਫਲੀ 1.7। ਹੁਣ ਆਪਾਂ ਦੇਖਦੇ ਹਾਂ ਵੀ 1.7 ਦੇ ਆਸ-ਪਾਸ ਫਰਾਂਸ ਦੇ ਵਿੱਚ ਬਨਾਨਾ ਦਾ ਪ੍ਰਾਈਸ ਹੈਗਾ ਸੀ ਜਾਂ ਨਹੀਂ। ਤੁਸੀਂ ਦੇਖ ਸਕਦੇ ਹੋ ਫਰਾਂਸ ਆਪਣੀ ਸੈਕਿੰਡ ਕੰਟਰੀ ਆ, ਅਤੇ 1.7 ਦੇ ਆਸ-ਪਾਸ ਹੀ ਰਫਲੀ ਹੈਗਾ ਸੀ, ਠੀਕ ਆ। ਤਾਂ ਯਾਨੀ ਕਿ ਇੱਥੇ ਤੱਕ ਆਪਾਂ ਪੂਰੇ ਸਹੀ ਹਾਂ। ਉਸ ਤੋਂ ਬਾਅਦ ਮੈਂ ਕੀ ਕਿਹਾ ਉਹਨਾਂ ਨੂੰ, ਮੈਂ ਉਹਨਾਂ ਨੂੰ ਕਿਹਾ ਜਿਵੇਂ ਕਿ ਹਾਊਐਵਰ ਪਰ ਲਾਇਆ ਦੀ ਫਿਗਰ ਫਲਕਚੁਏਟਡ ਐਂਡ ਰੀਚਡ ਐਟ 1.7 ਐਂਡ $1 ਇਨ 1999 ਐਂਡ 2003 ਦੈਟ ਵਰ ਹਾਈਐਸਟ ਐਂਡ ਲੋਐਸਟ ਪ੍ਰਾਈਸ ਰਿਸਪੈਕਟਿਵਲੀ। ਹੁਣ ਇੱਥੇ ਮੈਂ ਕੀ ਕੀਤਾ, ਇੱਕ ਇਹ ਵੀ ਵੇਰੀਏਸ਼ਨ ਹੁੰਦੀ ਆ ਵੀ ਥੋੜ੍ਹਾ ਜਿਹਾ ਡਾਟਾ ਕਵਰ ਕਰ ਦਿਓ, ਅਤੇ ਉਸ ਤੋਂ ਬਾਅਦ ਉਸਦਾ ਜਿਹੜਾ ਸਭ ਤੋਂ ਉਚਲਾ ਪੁਆਇੰਟ ਆ ਯਾਨੀ ਕਿ ਵੱਧ ਵਾਲਾ ਮੁੱਲ ਆ ਉਹ ਕਵਰ ਕਰ ਦਿਓ, ਅਤੇ ਉਸ ਤੋਂ ਬਾਅਦ ਜਿਹੜਾ ਲੋਐਸਟ ਆ ਨਾ ਉਹ ਜਿਹੜਾ ਕਿ ਡਾਟਾ ਸ਼ੋਅ ਕਰ ਦਿਓ। ਜਿਵੇਂ ਕਿ ਇਹਦੇ ਵਿੱਚ ਸਭ ਤੋਂ ਜਿਹੜਾ ਕਿ ਹਾਈਐਸਟ ਸੀ ਉਹ ਇਹ ਸੀ, ਅਤੇ ਲੋਐਸਟ ਉਹ ਇਹ ਸੀ। ਮੈਂ ਇੰਨਾ ਕੁ ਡਾਟਾ ਮੈਂਸ਼ਨ ਕਰਤਾ, ਅਤੇ ਆਪਾਂ ਨੂੰ
ਸਾਰਾ ਡਾਟਾ ਮੈਂਸ਼ਨ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ ਨਾ। ਕਈ ਵਾਰ ਜਦੋਂ ਡਾਟਾ ਹੀ ਜ਼ਿਆਦਾ ਹੋਵੇ ਫਿਰ ਉਦੋਂ ਆਪਣੇ ਕੋਲ ਆਪਸ਼ਨ ਨਹੀਂ ਬਚਦੀ ਹੁੰਦੀ ਅਤੇ ਆਪਾਂ ਨੂੰ ਕੁਝ ਕੁ ਜਿਹੜਾ ਡਾਟਾ ਗਾ ਉਹ ਛੱਡਣਾ ਪੈਂਦਾ ਹੁੰਦਾ, ਅਤੇ ਉਹੀ ਕੁਝ ਮੈਂ ਇੱਥੇ ਕੀਤਾ। ਮੈਂ ਉਹਨਾਂ ਨੂੰ ਕਹਿ ਤਾ ਵੀ ਸਟਾਰਟਿੰਗ ਦੇ ਵਿੱਚ ਤਾਂ ਰਫਲੀ 1.7 ਸੀ, ਅਤੇ ਉਸ ਤੋਂ ਬਾਅਦ ਜਿਹੜਾ ਕਿ ਇਨਕਰੀਜ਼ ਕਿੰਨੇ 'ਚ ਹੋਇਆ 2001 ਦੇ ਵਿੱਚ ਕਿੰਨੇ 'ਤੇ ਹੋ ਗਿਆ 1.7 ਜੋ ਵੀ ਆ ਇਹ 1.7, ਅਤੇ ਉਸ ਤੋਂ ਬਾਅਦ ਜਿਹੜਾ ਲੋਐਸਟ ਸੀ ਉਹ ਕਿੰਨਾ ਸੀ ਆਲਮੋਸਟ 1 ਸੀ ਹੈ ਨਾ। ਉਸ ਤੋਂ ਬਾਅਦ ਮੈਂ ਲਿਖਤਾ ਵਿਚ ਇਜ਼ ਹਾਈਐਸਟ ਵੈਲਿਊ ਐਜ਼ ਵੈਲ ਐਜ਼ ਲੋਐਸਟ ਵੈਲਿਊ ਰਿਸਪੈਕਟਿਵਲੀ, ਯਾਨੀ ਕਿ ਪਹਿਲਾਂ ਆਹ ਮੈਂਸ਼ਨ ਕਰਤਾ, ਫਿਰ ਆਹ ਮੈਂਸ਼ਨ ਕਰਤਾ, ਅਤੇ ਬਾਅਦ 'ਚੋਂ ਰਿਸਪੈਕਟਿਵਲੀ ਵਾਲੀ ਜਿਹੜੀ ਵੇਰੀਏਸ਼ਨ ਆ ਉਹ ਆਪਾਂ ਲਗਾ ਦਿੱਤੀ ਆ। ਇਸ ਤਰੀਕੇ ਨਾਲ ਆਪਾਂ ਜਿਹੜੇ ਕਿ ਟਾਸਕ 1 ਉਹ ਲਿਖ ਸਕਦੇ ਹਾਂ। ਅਤੇ ਇੱਕ ਆਪਣੀ ਜਿਹੜੀ ਕੰਟਰੀ ਰਹਿ ਚੁੱਕੀ ਆ ਉਹ ਹੈਗੀ ਆਪਣੀ ਲਾਸਟ ਵਾਲੀ ਜੋ ਵੀ ਆ ਫੋਲੋਇੰਗ ਦਿਸ ਇਨ ਜਰਮਨੀ। ਇੱਥੋਂ ਆਪਾਂ ਸ਼ੁਰੂ ਕਰ ਲਈ ਲਾਈਨ ਜਰਮਨੀ ਤੋਂ, ਠੀਕ ਆ। ਯਾਨੀ ਕਿ 4-5 ਲਾਈਨਾਂ ਦੇ ਵਿੱਚ ਆਪਾਂ ਸਾਰਾ ਜਿਹੜਾ ਟਾਸਕ 1 ਦੀ ਲੈਂਥ ਆਪਾਂ ਕਵਰ ਕੀਤੀ ਹੋਈ ਆ। ਇਨ ਜਰਮਨੀ ਪ੍ਰਾਈਸ ਆਫ ਬਨਾਨਾ ਫੋਲੋਡ ਅ ਜਿਗਜ਼ੈਗ ਟਰੈਂਡ ਫਰੋਮ 1994 ਟੂ 2002। ਮੈਂ ਉਹਨਾਂ ਨੂੰ ਕਿਹਾ ਵੀ ਜਿਹੜਾ ਕਿ ਜਰਮਨੀ ਦੇ ਵਿੱਚ ਬਨਾਨਾ ਦੇ ਪ੍ਰਾਈਸ ਨੇ 1994 ਤੋਂ ਲੈ ਕੇ 2002 ਦੇ ਵਿੱਚ ਜਿਗਜ਼ੈਗ ਮੋਸ਼ਨ ਜਿਹੜਾ ਕਿ ਜਿਗਜ਼ੈਗ ਟਰੈਂਡ ਆ ਉਹ ਫੋਲੋ ਕੀਤਾ। ਹੁਣ ਜਰਮਨੀ ਦਾ ਡਾਟਾ ਆਪਾਂ ਨੂੰ ਦੇਖਣਾ ਪਊਗਾ। ਜਰਮਨੀ ਪਈ ਆ ਇਹਦੇ ਵਿੱਚ 1994 ਤੋਂ ਲੈ ਕੇ 2002 ਦੇ ਤੱਕ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ। ਹਾਂ, ਇਹ ਜਿਗਜ਼ੈਗ ਟਰੈਂਡ ਆ। ਜਿਗਜ਼ੈਗ ਟਰੈਂਡ ਕਿਹੜਾ ਹੁੰਦਾ, ਜਾਣੀ ਕਿ ਜਿਹੜਾ ਇਸ ਤਰ੍ਹਾਂ ਦਾ, ਇਸ ਤਰੀਕੇ ਦਾ, ਕਦੇ ਵੱਧ ਗਿਆ ਘਟ ਗਿਆ, ਇਹਨੂੰ ਜਿਗਜ਼ੈਗ ਮੋਸ਼ਨ ਕਹਿ ਦਿੰਦੇ ਹੁੰਦੇ ਸੀ ਨਾ। ਆਪਾਂ ਜਿਹੜੇ ਨੋਨ ਮੈਡੀਕਲ ਵਾਲੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਜਿਗਜ਼ੈਗ ਦਾ ਇੱਕ ਥਿਊਰੀ ਜਿਹੀ ਹੁੰਦੀ ਸੀ, ਮੈਂ ਵੀ ਪੜ੍ਹਿਆ ਹੋਇਆ ਇਹਦੇ ਬਾਰੇ। ਇਸ ਚੀਜ਼ ਨੂੰ ਜਿਗਜ਼ੈਗ ਕਹਿੰਦੇ ਹੁੰਦੇ ਆ ਨਾ, ਵੀ ਕੁਝ ਵੱਧ ਗਿਆ ਘਟ ਗਿਆ, ਤਾਂ ਤੁਸੀਂ ਦੇਖ ਸਕਦੇ ਹੋ ਕਦੇ ਵਧਿਆ ਹੋਇਆ, ਕਦੇ ਵੱਧ ਗਿਆ ਘਟ ਗਿਆ ਹੈ ਨਾ। ਇਸ ਕਰਕੇ 2002 ਤੱਕ ਜਿਗਜ਼ੈਗ ਮੋਸ਼ਨ ਜਿਹੜਾ ਕਿ ਟਰੈਂਡ ਆ ਉਹ ਫੋਲੋ ਕੀਤਾ ਗਿਆ ਪ੍ਰਾਈਸ ਦੇ ਵੱਲੋਂ ਜਰਮਨੀ ਦੇ ਵਿੱਚ ਹੈ ਨਾ। ਅਤੇ ਲਾਸਟ ਵਾਲੇ ਈਅਰ ਦੇ ਵਿੱਚ ਕੀ ਹੋਇਆ ਉਹ ਆਪਾਂ ਦੇਖਦੇ ਹਾਂ। ਕਹਿੰਦਾ ਵਾਇਲਸਟ ਯਾਨੀ ਕਿ ਹੁਣ ਆਪਾਂ ਇਹਨੂੰ ਥੋੜ੍ਹਾ ਜਿਹਾ ਚੇਂਜ ਕਰਾਂਗੇ ਲਾਈਨ ਨੂੰ, ਹੈ ਨਾ, ਵੀ ਉਲਟ ਦੱਸਾਂਗੇ। ਦੇਰ ਵਾਜ਼ ਆ ਨੋ ਡਿਫਰੈਂਸ ਬਿਟਵੀਨ ਦਾ ਪ੍ਰਾਈਸ ਇਨ ਲਾਸਟ 3 ਈਅਰਸ। ਪਰ ਕਹਿੰਦਾ ਲਾਸਟ ਜਿਹੜੇ 3 ਸਾਲ ਸੀ ਉਹਨਾਂ 3 ਸਾਲਾਂ ਦੇ ਵਿੱਚ ਪ੍ਰਾਈਸ ਦੇ ਵਿੱਚ ਕੋਈ ਵੀ ਚੇਂਜ ਆਪਾਂ ਨੂੰ ਨਹੀਂ ਦੇਖਣ ਨੂੰ ਮਿਲਿਆ। ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਸਹੀ ਆਪਾਂ ਲਿਖਿਆ, ਆਲਮੋਸਟ ਸਿਮੀਲਰ ਹੀ ਸੀ। ਤਾਂ ਇਸ ਤਰੀਕੇ ਨਾਲ ਸਿੰਪਲ ਵੇਰੀਏਸ਼ਨ ਇੱਕ ਜਿਹੜੀ ਕਿ ਰਿਸਪੈਕਟਿਵਲੀ ਵਾਲੀ ਲੱਗੀ ਹੋਈ ਆ, ਬਾਕੀ ਦਾ ਸੇਮ ਸੂਮ ਡਿਫਰੈਂਸ ਵਾਲੀ ਵੇਰੀਏਸ਼ਨ ਲੱਗੀ ਹੋਈ ਆ, ਹੈ ਨਾ। ਇਨਕਰੀਜ਼ਿੰਗ ਟਰੈਂਡ ਸ਼ੋਅ ਕੀਤਾ। ਜਿਹੜੀ ਫਸਟ ਵੇਰੀਏਸ਼ਨ ਮੈਂ ਤੁਹਾਨੂੰ ਕਰਾਈ ਆ, ਆਹ ਵਾਲੀ ਵੇਰੀਏਸ਼ਨ ਬਹੁਤ ਸੋਹਣੀ ਆ, ਜਿੱਥੋਂ ਸਟਾਰਟ ਹੋਇਆ ਉਸ ਤੋਂ ਬਾਅਦ ਨੈਕਸਟ ਕਿੱਥੇ ਪੀਕ ਹੋਇਆ, ਅਤੇ ਪੀਕ ਮਤਲਬ ਕਿ ਜੇ 1995 ਦੇ ਵਿੱਚ ਪੀਕ ਹੋਇਆ ਬਿਫੋਰ 1996 ਵਾਲਾ ਡਾਟਾ ਆਪਾਂ ਬਾਅਦ 'ਚੋਂ ਲਿਖਤਾ, ਜਿਵੇਂ ਕਿ ਆਹ ਲਿਖਿਆ ਬਿਫੋਰ ਡਿਕਲਾਈਨਿੰਗ ਟੂ $2 ਇਨ 1996, ਠੀਕ ਆ। ਇਸ ਤਰੀਕੇ ਨਾਲ ਆਪਾਂ ਵੇਰੀਏਸ਼ਨ ਆਪਾਂ ਲਿਖ ਸਕਦੇ ਹਾਂ। ਇਹ ਵੇਰੀਏਸ਼ਨ ਦੇ ਤੁਹਾਨੂੰ ਨਵੀਂ ਵੇਰੀਏਸ਼ਨ ਇਸ ਟਾਸਕ ਦੇ ਵਿੱਚੋਂ ਲੱਭੀ ਹੈਗੀ, ਤਾਂ ਤੁਸੀਂ ਆਪਣੀ ਨੋਟਬੁੱਕ ਦੇ ਨੋਟਬੁੱਕ ਦੇ ਉੱਤੇ ਜਿਹੜੇ ਉੱਤੇ ਤੁਸੀਂ ਕੰਮ ਕਰਦੇ ਹੋ ਉਹਦੇ ਉੱਤੇ ਇਹਨੂੰ ਨੋਟ ਵੀ ਕਰ ਸਕਦੇ ਹੋ, ਹੈ ਨਾ। ਕਿਉਂਕਿ ਕਈ ਵਾਰ ਆਪਣੇ ਯਾਦ ਨਹੀਂ ਰਹਿੰਦੀਆਂ ਹੁੰਦੀਆਂ, ਪਰ ਆਪਾਂ ਜਦੋਂ ਬਾਰ-ਬਾਰ ਉਹਨੂੰ ਦੇਖੀ ਜਾਵਾਂਗੇ ਫਿਰ ਆਪਣੇ ਉਹ ਯਾਦ ਵੀ ਰਹਿ ਜਾਂਦੀਆਂ ਹੁੰਦੀਆਂ ਨੇ। ਥੈਂਕ ਯੂ ਸੋ ਮਚ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।